ਤੇ ਹੁਣ ਜਿਹੜਾ ਉਹਨਾਂ ਨੇ ਮੰਡੀ ਸਿਸਟਮ ਨੂੰ ਹੀ ਖਤਮ ਕਰਨ ਦਾ ਇੱਕ ਤਰ੍ਹਾਂ ਨਾਲ ਯਤਨ ਕਰ ਲਿਆ ਹੋਇਆ ਕੇਂਦਰ ਸਰਕਾਰ ਨੇ। ਉਹ ਕਹਿੰਦੇ ਵੀ ਸਾਡੇ ਲਈ ਇਹ ਕਾਫੀ ਭਾਰ ਪੈ ਰਿਹਾ ਹੈਗਾ। ਇਹਨਾਂ ਮੰਡੀਆਂ ਨੂੰ ਜਿਹੜੀ ਇੱਕ ਸੁੱਚੀ ਭਾਵਨਾ ਨਾਲ ਕਾਇਮ ਕੀਤੀਆਂ ਗਈਆਂ ਸੀ, ਆਪਣੀਆਂ ਆਪ ਹੁਦਰੀਆਂ ਦਾ ਔਰ ਆਪਣੇ ਪੈਸੇ ਬਣਾਉਣ ਦੀ ਮਸ਼ੀਨ ਬਣਾ ਲਿਆ ਹੋਇਆ। ਇਸ ਵੇਲੇ ਮੰਡੀ ਬੋਰਡ ਆ ਜਿਹੜਾ ਉਹ ਪੂਰੀ ਤਰ੍ਹਾਂ ਕਿਸਾਨਾਂ ਦੀ ਮਿਹਨਤ ਦੀ ਕਮਾਈ ਤੇ ਐਸ਼ਾਂ ਕਰਨ ਵਾਲਾ ਮਹਿਕਮਾ ਬਣ ਗਿਆ ਹੋਇਆ ਵੀ ਕਿਸਾਨਾਂ ਨੂੰ ਉਨੇ ਵਿਚਾਰਿਆਂ ਨੂੰ ਸਹੂਲਤਾਂ ਨਹੀਂ ਮਿਲਦੀਆਂ ਜਿੰਨੇ ਉਹਨਾਂ ਦੇ ਪੈਸੇ ਕੱਟ ਲਏ ਜਾਂਦੇ। ਸੋ ਕਿਸੇ ਵੀ ਹਾਲਤ ਵਿੱਚ ਨਾ ਬੀਬੀ ਹਰਸਿਮਰਤ ਕੌਰ ਬਾਦਲ ਅਸਤੀਫਾ ਦੇਣਗੇ, ਨਾ ਸਰਦਾਰ ਸੁਖਬੀਰ ਸਿੰਘ ਬਾਦਲ ਨਾਤਾ ਤੋੜ ਸਕਦੇ ਆ। ਇਹ ਅਸੀਂ ਕੋਰੇ ਕਾਗਜ਼ ਤੇ ਲਿਖ ਕੇ ਦੇਣ ਨੂੰ ਤਿਆਰ ਹਾਂ। ਮਤਲਬ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਧਮਕੀ ਭਰੇ ਲਹਿਜੇ ਦੇ ਵਿੱਚ ਕਿਹਾ ਹੋ ਸਕਦਾ ਹੈ, ਪਰ ਗਰਾਊਂਡ ਤੇ ਜਿਹੜੀ ਰਿਐਲਿਟੀ ਹੈ ਸਾਹਮਣੇ ਨਹੀਂ ਆਉਂਦੀ ਹੈਗੀ। ਨਹੀਂ, ਉਹ ਹਿੰਦੂ ਲੀਡਰਸ਼ਿਪ ਨੂੰ ਵੀ ਪਤਾ ਹੈ, ਭਾਰਤੀ ਜਨਤਾ ਪਾਰਟੀ ਨੂੰ ਵੀ ਪਤਾ ਵੀ ਉਹ ਕਦੇ ਵੀ ਨਾਤਾ ਨਹੀਂ ਤੋੜਨਗੇ। ਉਹਨਾਂ ਨੇ ਇੰਨੇ ਬਿਜ਼ਨਸ ਇੰਨਾ ਵਪਾਰ ਜਿਹੜਾ ਬਣਾਇਆ ਤਾਂ ਕਿਸੇ ਵੇਲੇ ਵੀ 2 ਮਿੰਟਾਂ ਵਿੱਚ ਗ੍ਰਿਫਤਾਰ ਕਰ ਲਏ ਜਾ ਸਕਦੇ ਆ। ਸੋ ਕੇਂਦਰ ਸਰਕਾਰ ਕੋਲ ਉਹਨਾਂ ਦੀਆਂ ਫਾਈਲਾਂ ਭਰੀਆਂ ਪਈਆਂ ਨੇ, 1 ਮਿੰਟ ਵਿੱਚ ਗ੍ਰਿਫਤਾਰੀਆਂ ਹੋ ਸਕਦੀਆਂ ਨੇ। ਉਹ ਨਹੀਂ ਤੋੜ ਸਕਦੇ ਆਪਣਾ ਨਾਤਾ, ਬਿਲਕੁਲ ਨਹੀਂ ਤੋੜਨਗੇ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਪੰਜਾਬ ਦੇ ਕਿਸਾਨਾਂ ਦੀ। ਪਿਛਲੇ ਦਿਨੀ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਨੇ। ਉਹਨਾਂ ਨੇ ਕਿ ਬੀਜੇਪੀ ਦੇ ਨਾਲੋਂ ਨਾਤਾ ਤੋੜਨ ਦੀ ਵੀ ਜਿਹੜੀ ਗੱਲ ਹੈ ਉਹ ਕਹਿ ਦਿੱਤੀ ਹੈ, ਜੇ ਕਿਸਾਨਾਂ ਦਾ ਭਲਾ ਨਹੀਂ ਹੁੰਦਾ ਜਾਂ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਨਹੀਂ ਕੀਤੀ ਜਾਂਦੀ। ਅਵਤਾਰ ਸਿੰਘ ਜੀ, ਕੀ ਹੈ ਸਾਰਾ ਮਸਲਾ ਕੀ ਹੈ? ਹਾਂਜੀ, ਇਹ ਮਸਲਾ ਕਾਫੀ ਤਾਂ ਦਿਲਚਸਪ ਸਵਾਲ ਹੈਗਾ ਤੁਹਾਡਾ, ਤੇ ਇਹਨੂੰ ਆਪਾਂ ਕੱਲਾ ਜਿਸ ਤਰ੍ਹਾਂ ਕਰਕੇ ਦੇਖਦੇ ਹਾਂ। ਪਹਿਲੀ ਗੱਲ ਤਾਂ ਵੀ ਸੁਖਬੀਰ ਸਿੰਘ ਬਾਦਲ ਦਾ ਅਸੀਂ ਸਵਾਗਤ ਕਰਦੇ ਹਾਂ ਵੀ ਉਹਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ ਹੈਗੀ ਆ, ਕਿਉਂਕਿ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਕਿਸਾਨ ਹੈਗੇ ਆ। ਸੋ ਲਗਾਤਾਰ ਜਿਹੜੀ ਸਿੱਖ ਕਿਸਾਨੀ ਹੈਗੀ ਆ ਉਹ ਅਕਾਲੀ ਦਲ ਨਾਲ ਜੁੜੀ ਹੋਈ ਹੈ। ਹੁਣ ਕੇਂਦਰ ਸਰਕਾਰ, ਵੈਸੇ ਤਾਂ ਕੇਂਦਰ ਸਰਕਾਰ ਪਿਛਲੇ 70 ਸਾਲਾਂ ਤੋਂ ਹੀ ਪੰਜਾਬ ਦੀ ਕਿਸਾਨੀ ਨਾਲ ਧੱਕੇ ਤੇ ਧਰੋ ਕਰ ਰਹੀ ਹੈਗੀ ਆ। ਅਕਾਲੀ ਦਲ ਨੇ ਬਹੁਤ ਸਾਰੇ ਸੰਘਰਸ਼ ਵੀ ਲੜੇ ਹੈਗੇ ਆ ਇਹਨਾਂ ਧੱਕਿਆਂ ਦੇ ਖਿਲਾਫ ਨਾ, ਤੇ ਲਗਾਤਾਰ ਉਹਨਾਂ ਦੇ ਕਦੇ ਜਿਣਸਾਂ ਦੇ ਭਾਅ ਨਹੀਂ ਕੀਤੇ ਜਾਂਦੇ, ਜਾਂ ਉਹਨਾਂ ਨੂੰ ਜਿਹੜੀਆਂ ਨਜਾਇਜ਼ ਜਾਂ ਨਕਲੀ ਦਵਾਈਆਂ ਕੀਤੀਆਂ ਜਾਂਦੀਆਂ ਨੇ, ਜਾਂ ਉਹਨਾਂ ਤੋਂ ਮੰਡੀ ਫੀਸ ਵਗੈਰਾ ਬਹੁਤ ਲਈ ਜਾਂਦੀ ਹੈ। ਸੋ ਇਸ ਤਰ੍ਹਾਂ ਦਾ ਬਹੁਤ ਸਾਰਾ ਜਿਹੜਾ ਸਿਸਟਮ ਹੈਗਾ ਉਹਦੇ ਵਿੱਚ ਕਿਸਾਨਾਂ ਦੀ ਜਿਹੜੀ ਰੀੜ੍ਹ ਦੀ ਹੱਡੀ, ਉਹਨਾਂ ਦੀ ਆਰਥਿਕਤਾ ਜਿਹੜੀ ਉਹ ਲਗਾਤਾਰ ਖਤਮ ਹੁੰਦੀ ਜਾ ਰਹੀ ਸੀ। ਤੇ ਹੁਣ ਜਿਹੜਾ ਉਹਨਾਂ ਨੇ ਮੰਡੀ ਸਿਸਟਮ ਨੂੰ ਹੀ ਖਤਮ ਕਰਨ ਦਾ ਇੱਕ ਤਰ੍ਹਾਂ ਨਾਲ ਯਤਨ ਕਰ ਲਿਆ ਹੋਇਆ ਕੇਂਦਰ ਸਰਕਾਰ ਨੇ। ਉਹ ਕਹਿੰਦੇ ਵੀ ਸਾਡੇ ਲਈ ਇਹ ਕਾਫੀ ਭਾਰ ਪੈ ਰਿਹਾ ਹੈਗਾ। ਹੁਣ ਮੰਡੀ ਸਿਸਟਮ ਆ ਜਿਹੜਾ, ਇਹਦੇ ਵਿੱਚ ਵੀ 2 ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ। ਸੋ ਉਹਦੇ 'ਚੋਂ ਅਕਾਲੀ ਦਲ ਦਾ ਦੋਸ਼ ਵੀ ਸਾਹਮਣੇ ਆਉਂਦਾ ਹੈਗਾ, ਕਿਉਂਕਿ ਜੇ ਮੰਡੀਆਂ ਜਿਹੜੀਆਂ ਬਣਾਈਆਂ ਸੀ ਕਿਸਾਨਾਂ ਦੀ ਸਹੂਲਤ ਲਈ ਬਣਾਈਆਂ ਸੀ, ਵੀ ਕਿਸਾਨ ਉੱਥੇ ਆਪਣੀ ਜਿਣਸ ਵੇਚਣ ਆਉਂਦੇ ਹੈਗੇ ਆ, ਉਹਨਾਂ ਦੀ ਸਹੂਲਤ ਲਈ ਪਾਣੀ ਦਾ ਪ੍ਰਬੰਧ, ਉਹਨਾਂ ਦੇ ਬੈਠਣ ਦਾ ਪ੍ਰਬੰਧ, ਉਹਨਾਂ ਦੇ ਰਹਿਣ ਦਾ ਪ੍ਰਬੰਧ, ਜਾਂ ਉਹਨਾਂ ਨੂੰ ਜਦੋਂ ਉਹ ਆੜ੍ਹਤੀਆਂ ਵਗੈਰਾ ਉਹਨਾਂ ਦੀ ਜਿਣਸ ਦੀ ਜਾਂਚ ਕਰਦੇ ਆ ਤਾਂ ਉੱਥੇ ਰੱਖਣ ਲਈ ਪ੍ਰਬੰਧ ਕੀਤਾ ਜਾਣਾ ਸੀ। ਪਰ ਦੁੱਖ ਦੀ ਗੱਲ ਹੈਗੀ ਆ ਵੀ ਕਾਂਗਰਸ ਪਾਰਟੀ ਤੇ ਅਕਾਲੀ ਦਲ ਦੋਹਾਂ ਦੀ ਲੀਡਰਸ਼ਿਪ ਨੇ ਇਹਨਾਂ ਮੰਡੀਆਂ ਨੂੰ ਜਿਹੜੀ ਇੱਕ ਸੁੱਚੀ ਭਾਵਨਾ ਨਾਲ ਕਾਇਮ ਕੀਤੀਆਂ ਗਈਆਂ ਸੀ, ਆਪਣੀਆਂ ਆਪ ਹੁਦਰੀਆਂ ਦਾ ਔਰ ਆਪਣੇ ਪੈਸੇ ਬਣਾਉਣ ਦੀ ਮਸ਼ੀਨ ਬਣਾ ਲਿਆ ਹੋਇਆ। ਇਸ ਵੇਲੇ ਮੰਡੀ ਬੋਰਡ ਆ ਜਿਹੜਾ ਉਹ ਪੂਰੀ ਤਰ੍ਹਾਂ ਕਿਸਾਨਾਂ ਦੀ ਮਿਹਨਤ ਦੀ ਕਮਾਈ ਤੇ ਐਸ਼ਾਂ ਕਰਨ ਵਾਲਾ ਮਹਿਕਮਾ ਬਣ ਗਿਆ ਹੋਇਆ। ਕੋਈ ਸਮਾਂ ਸੀਗਾ ਵੀ ਮੰਡੀ ਬੋਰਡ ਦੀਆਂ ਚੋਣਾਂ ਹੋਇਆ ਕਰਦੀਆਂ ਸੀ, ਸੋ ਕਿਸਾਨਾਂ ਦੇ ਨੁਮਾਇੰਦੇ ਚੁਣ ਕੇ ਮੰਡੀ ਬੋਰਡ ਵਿੱਚ ਜਾਇਆ ਕਰਦੇ ਸਨ। ਪਰ ਕਿਉਂਕਿ ਉਹਦਾ ਨਾਲ ਜਿਹੜੀ ਲੀਡਰਸ਼ਿਪ ਸੀ ਉਹਨੂੰ ਆਪਣਾ ਪੈਸਾ ਨਹੀਂ ਸੀ ਮਿਲਦਾ ਵਿੱਚੋਂ, ਜਿਹੜਾ ਉਹਨਾਂ ਨੇ ਪੈਸਾ ਖਾਣਾ ਹੁੰਦਾ ਸੀ। ਸੋ ਉਹ ਹੈਗਾ ਜਿਹੜਾ ਉਹ ਪੈਸਾ ਖਾਣ ਦੇ ਚੱਕਰ 'ਚ ਜਿਹੜੀਆਂ ਇਲੈਕਸ਼ਨਾਂ ਬੰਦ ਕਰ ਦਿੱਤੀਆਂ ਅਕਾਲੀ ਦਲ ਨੇ ਵੀ ਤੇ ਕਾਂਗਰਸ ਨੇ। ਉੱਥੇ ਉਹ ਆਪਣੇ ਜਿਹੜੇ ਲੋਕ ਨੇ ਜਿਹੜੇ ਉਹਨਾਂ ਨੂੰ ਫਾਇਦਾ ਦੇ ਸਕਦੇ ਆ, ਉਹਨਾਂ ਦੀਆਂ ਨਾਮਜ਼ਦਗੀਆਂ ਕੀਤੀਆਂ ਜਾਣ ਲੱਗੀਆਂ ਮੰਡੀ ਬੋਰਡ ਦੇ ਚੇਅਰਮੈਨ ਦੀਆਂ ਵੀ, ਤੇ ਉਹ ਚੇਅਰਮੈਨ ਫਿਰ ਥੱਲੇ ਜ਼ਿਲ੍ਹਿਆਂ ਦੇ ਮੰਡੀ ਬੋਰਡ ਦੇ ਚੇਅਰਮੈਨ ਸੀ ਉਹ ਨਿਯੁਕਤ ਕਰਦਾ ਸੀ। ਸੋ ਕਿਸਾਨਾਂ ਤੋਂ ਜਿਹੜੀ ਕਿਸਾਨਾਂ ਦੀ ਜਿਣਸ ਵਿਕਦੀ ਹੈ ਉਸ ਜਿਣਸ ਵਿੱਚੋਂ ਪੈਸੇ ਕੱਟੇ ਜਾਂਦੇ ਨੇ। ਉਹ ਪੈਸੇ ਕਦੀ ਕਿਸ ਵੇਲੇ 1% ਸੀ, ਕਦੇ 2% ਸੀ, ਉਹ ਵੱਧਦਾ ਹੁਣ ਇੰਨਾ ਹੋ ਗਿਆ ਹੋਇਆ ਵੀ ਕਿਸਾਨਾਂ ਨੂੰ ਉਨੇ ਵਿਚਾਰਿਆਂ ਨੂੰ ਸਹੂਲਤਾਂ ਨਹੀਂ ਮਿਲਦੀਆਂ ਜਿੰਨੇ ਉਹਨਾਂ ਦੇ ਪੈਸੇ ਕੱਟ ਲਏ ਜਾਂਦੇ ਆ। ਸੋ ਇੱਕ ਤਰ੍ਹਾਂ ਨਾਲ ਇਹ ਭਾਰ ਬਣ ਗਿਆ ਹੋਇਆ। ਸੋ ਪੱਤਰਕਾਰ ਸੁਖਦੇਵ ਸਿੰਘ ਨੇ ਪਿਛਲੇ ਦਿਨੀ ਆਪਣੀ ਫੇਸਬੁੱਕ ਪੇਜ ਤੇ ਪਾਇਆ ਵੀ ਜਦੋਂ ਇਸ 1977 ਵਿੱਚ ਇਸ ਮੰਡੀਕਰਨ ਦੇ ਬਾਰੇ ਉਹਨਾਂ ਨੇ ਇੰਗਲਿਸ਼ ਟ੍ਰਿਬਿਊਨ ਵਿੱਚ ਰਿਪੋਰਟ ਲਾਈ ਵੀ ਜਿਹੜੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਦੁਰਗਤ ਹੋ ਰਹੀ ਹੈ ਜਾਂ ਉੱਥੇ ਜਿਹੜੀਆਂ ਚੋਣਾਂ ਨੇ ਖਤਮ ਕੀਤੀਆਂ ਜਾ ਰਹੀਆਂ, ਤਾਂ ਕਹਿੰਦਾ ਵੀ ਇੱਕ ਪ੍ਰੋਗਰਾਮ ਵਿੱਚ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮਿਲੇ,
ਉਹ ਕਹਿੰਦੇ ਸਰਦਾਰ ਜੀ ਤੁਸੀਂ ਇਹੋ ਜਿਹੀਆਂ ਖਬਰਾਂ ਨਾ ਲਾਇਆ ਕਰੋ, ਸਾਨੂੰ 4 ਦਿਨ ਰਾਜ ਕਰ ਲੈਣ ਦਿਓ। ਸੋ ਇਹ ਪ੍ਰਕਾਸ਼ ਸਿੰਘ ਬਾਦਲ ਦੀਆਂ ਟਿੱਪਣੀਆਂ ਸੁਖਦੇਵ ਸਿੰਘ ਨੇ ਆਪਣੇ ਫੇਸਬੁੱਕ ਪੇਜ ਤੇ ਪਿਛਲੇ ਦਿਨੀ ਲਾਈਆਂ ਨੇ, ਸੀਨੀਅਰ ਨੇ। ਉਹ ਕਹਿੰਦੇ ਵੀ ਮੰਡੀਆਂ ਦੀਆਂ ਚੋਣਾਂ ਪ੍ਰਕਾਸ਼ ਸਿੰਘ ਬਾਦਲ ਨੇ ਖਤਮ ਕਰਕੇ ਉੱਥੇ ਆਪਣੇ ਜਿਹੜੇ ਇੱਕ ਤਰ੍ਹਾਂ ਨਾਲ ਜਿਸ ਤਰ੍ਹਾਂ ਹੁਣ ਸ਼੍ਰੋਮਣੀ ਕਮੇਟੀ ਦੇ ਆਉਂਦਾ ਵੀ ਕਿਸੇ ਨੂੰ ਪ੍ਰਧਾਨ ਬਣਾ ਦਿਓ, ਕਿਸੇ ਨੂੰ ਜਨਰਲ ਸੈਕਟਰੀ ਬਣਾ ਦਿਓ, ਉਸੇ ਆਧਾਰ ਤੇ ਅਕਾਲੀ ਦਲ ਨੇ ਉਹ ਮੰਡੀਆਂ ਦਾ ਜਿਹੜਾ ਸਿਸਟਮ ਆ ਉਹ ਤਬਾਹ ਕੀਤਾ। ਅੱਜ ਉਸ ਤਬਾਹੀ ਇੱਥੋਂ ਤੱਕ ਪਹੁੰਚ ਗਈ ਆ ਵੀ ਕੇਂਦਰ ਸਰਕਾਰ ਨੂੰ ਉਹ ਮੰਡੀਆਂ ਦਾ ਸਿਸਟਮ ਬੰਦ ਕਰਨ ਦੇ ਯਤਨ ਕਰਨੇ ਪੈ ਰਹੇ ਆ। ਹੁਣ ਜੇ ਸੁਖਬੀਰ ਸਿੰਘ ਬਾਦਲ ਇਸ ਦੇ ਖਿਲਾਫ ਆਵਾਜ਼ ਉਠਾਉਂਦੇ ਆ, ਅਸੀਂ ਫਿਰ ਵੀ ਸਵਾਗਤ ਕਰਦੇ ਹਾਂ ਵੀ ਉਹ ਆਪਣੇ ਪਿਤਾ ਦੀਆਂ ਗਲਤੀਆਂ ਨੂੰ ਜੇ ਸੁਧਾਰ ਰਹੇ ਨੇ ਤਾਂ ਕਿਤੇ ਨਾ ਕਿਤੇ ਕਿਸਾਨਾਂ ਦੇ ਹੱਕ ਵਿੱਚ ਖੜ ਰਹੇ ਨੇ। ਉਹਨਾਂ ਨੂੰ ਸੰਘਰਸ਼ ਕਰਨਾ ਚਾਹੀਦਾ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ। ਤੇ ਤੀਜੀ ਗੱਲ ਜਿਹੜੀ ਉਹਨਾਂ ਨੇ ਕਹੀ ਹੈਗੀ ਵੀ ਅਸੀਂ ਨਾਤਾ ਤੋੜ ਦੇਵਾਂਗੇ ਭਾਜਪਾ ਨਾਲੋਂ। ਸੋ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਜਾਂ ਖਾਸ ਕਰਕੇ ਬਾਦਲ ਪਰਿਵਾਰ ਕਦੇ ਵੀ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਨਹੀਂ ਤੋੜੇਗਾ। ਸੋ ਅਕਾਲੀ ਦਲ ਦਾ ਜਿਹੜਾ ਇਹ ਨਵਾਂ ਅਵਤਾਰ ਹੈਗਾ ਵੀ ਉਹਨੇ ਸੰਘਰਸ਼ ਖਤਮ ਕਰ ਦਿੱਤਾ। ਅਕਾਲੀ ਦਲ ਦਾ ਜਿਹੜਾ ਸਾਰਾ ਪੁਨਰਗਠਨ ਹੋਇਆ ਹੈ ਉਹਦੇ ਵਿੱਚੋਂ ਸੰਘਰਸ਼ ਵਾਲੀ ਭਾਵਨਾ ਖਤਮ ਕਰ ਦਿੱਤੀ ਗਈ ਹੈ। ਅੰਮ੍ਰਿਤਧਾਰੀ ਸਿੰਘ ਚੁਣ ਕੇ ਬਾਹਰ ਕੱਢ ਦਿੱਤੇ ਗਏ ਨੇ। ਜਿਹੜੇ ਧਰਮ ਯੁੱਧ ਮੋਰਚਿਆਂ ਵਿੱਚ ਗ੍ਰਿਫਤਾਰ ਹੋਏ ਸੀ ਉਹਨਾਂ ਨੂੰ ਚੁਣ ਕੇ ਬਾਹਰ ਕੱਢ ਦਿੱਤਾ ਗਿਆ ਹੋਇਆ। ਸੋ ਅਕਾਲੀ ਦਲ ਹੁਣ ਕਾਂਗਰਸ ਤੇ ਭਾਜਪਾ ਦਾ ਹੀ ਇੱਕ ਕਾਪੀ ਬਣ ਕੇ ਰਹਿ ਗਈ ਹੋਈ ਹੈ। ਸੋ ਕਿਸੇ ਵੀ ਹਾਲਤ ਵਿੱਚ ਨਾ ਬੀਬੀ ਹਰਸਿਮਰਤ ਕੌਰ ਬਾਦਲ ਅਸਤੀਫਾ ਦੇਣਗੇ, ਨਾ ਸਰਦਾਰ ਸੁਖਬੀਰ ਸਿੰਘ ਬਾਦਲ ਨਾਤਾ ਤੋੜ ਸਕਦੇ ਆ। ਇਹ ਅਸੀਂ ਕੋਰੇ ਕਾਗਜ਼ ਤੇ ਲਿਖ ਕੇ ਦੇਣ ਨੂੰ ਤਿਆਰ ਹੈਗੇ ਆ। ਮਤਲਬ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਧਮਕੀ ਭਰੇ ਲਹਿਜੇ ਦੇ ਵਿੱਚ ਕਿਹਾ ਹੋ ਸਕਦਾ ਹੈ, ਪਰ ਗਰਾਊਂਡ ਤੇ ਜਿਹੜੀ ਰਿਐਲਿਟੀ ਹੈ ਸਾਹਮਣੇ ਨਹੀਂ ਆਉਂਦੀ ਹੈਗੀ। ਨਹੀਂ, ਉਹ ਹਿੰਦੂ ਲੀਡਰਸ਼ਿਪ ਨੂੰ ਵੀ ਪਤਾ ਹੈ, ਭਾਰਤੀ ਜਨਤਾ ਪਾਰਟੀ ਨੂੰ ਵੀ ਪਤਾ ਵੀ ਉਹ ਕਦੇ ਵੀ ਨਾਤਾ ਨਹੀਂ ਤੋੜਨਗੇ। ਉਹਨਾਂ ਨੇ ਇੰਨੇ ਬਿਜ਼ਨਸ, ਇੰਨਾ ਵਪਾਰ ਜਿਹੜਾ ਬਣਾਇਆ ਤਾਂ ਕਿਸੇ ਵੇਲੇ ਵੀ 2 ਮਿੰਟਾਂ ਵਿੱਚ ਗ੍ਰਿਫਤਾਰ ਕਰ ਲਏ ਜਾ ਸਕਦੇ ਆ। ਉਹਨਾਂ ਸਾਰੀਆਂ ਦੀਆਂ ਫਾਈਲਾਂ, ਜਿੰਨੀਆਂ ਜ਼ਮੀਨਾਂ ਤੇ ਜਿੱਥੇ ਹੋਟਲ ਬਣੇ ਨੇ, ਉਹਨੂੰ ਇਕੋ ਟਰੈਵਲ ਦਾ ਨਾਂ ਦੇ ਕੇ ਤੇ ਉਹਦੇ ਚ ਕਿੰਨੀਆਂ ਕੁਝ ਮਨਜ਼ੂਰੀਆਂ ਲਈਆਂ ਗਈਆਂ ਨੇ, ਕਿੰਨਾ ਫਿਰ ਟਰਾਂਸਪੋਰਟ ਦਾ ਬਿਜ਼ਨਸ ਆ, ਉਹਦੇ ਚ ਕਿੰਨੀਆਂ ਨੀਤੀਆਂ ਬਦਲੀਆਂ ਗਈਆਂ ਨੇ। ਸੋ ਕੇਂਦਰ ਸਰਕਾਰ ਕੋਲ ਉਹਨਾਂ ਦੀਆਂ ਫਾਈਲਾਂ ਭਰੀਆਂ ਪਈਆਂ ਨੇ, 1 ਮਿੰਟ ਵਿੱਚ ਗ੍ਰਿਫਤਾਰੀਆਂ ਹੋ ਸਕਦੀਆਂ ਨੇ। ਉਹ ਨਹੀਂ ਤੋੜ ਸਕਦੇ ਆਪਣਾ ਨਾਤਾ, ਬਿਲਕੁਲ ਨਹੀਂ ਤੋੜਨਗੇ। ਸੁਖਦੇਵ ਸਿੰਘ ਢੀਂਡਸਾ ਵੱਲੋਂ ਜਿਹੜਾ ਹੈ ਉਹਨਾਂ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਰਾਜਾਂ ਨੂੰ ਵੱਧ ਅਧਿਕਾਰਾਂ ਦੇ ਹੱਕ ਦੇ ਵਿੱਚ ਹੈਗੇ ਹਾਂ, ਔਰ ਇਸ ਦੇ ਨਾਲ ਉਹਨਾਂ ਤੇ ਅਕਾਲੀ ਦਲ ਦੇ ਨਿਸ਼ਾਨਾ ਸਾਧਦੇ ਇਹ ਵੀ ਕਿਹਾ ਕਿ ਅਕਾਲੀ ਦਲ ਦੀਆਂ 2022 ਦੇ ਇਲੈਕਸ਼ਨ ਦੇ ਵਿੱਚ 15 ਤੋਂ ਵੱਧ ਸੀਟਾਂ ਜਿਹੜੀਆਂ ਨਹੀਂ ਆਉਣਗੀਆਂ। ਅਵਤਾਰ ਸਿੰਘ ਜੀ, ਕੀ ਕਹੋਗੇ ਤੁਸੀਂ ਸੁਖਦੇਵ ਸਿੰਘ ਢੀਂਡਸਾ ਹੋਣਾ ਬਾਰੇ? ਕੀ ਇਹ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਫਰਕ ਪਾਉਣਗੇ ਜੇ ਆਪਾਂ ਕਹੀਏ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ, ਜਾਂ ਨਹੀਂ? ਦੇਖੋ ਜੀ, ਪਹਿਲਾਂ ਤਾਂ ਆਪਾਂ ਉਹਨਾਂ ਦੇ ਜਿਹੜੇ ਵੱਧ ਅਧਿਕਾਰਾਂ ਵਾਲੇ ਬਿਆਨ ਤੇ ਗੱਲ ਕਰ ਲਈਏ। ਸੋ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 6 ਜੂਨ ਵਾਲੇ ਘਟਨਾਕ੍ਰਮ ਦਾ ਜਦੋਂ ਸਮਾਪਤੀ ਸਮਾਗਮ ਹੋਇਆ, ਉੱਥੇ ਆਖਿਆ ਸੀਗਾ ਵੀ ਜਦੋਂ ਪੱਤਰਕਾਰਾਂ ਨੇ ਵਾਰ-ਵਾਰ ਪੁੱਛਿਆ ਵੀ ਤੁਸੀਂ ਖਾਲਿਸਤਾਨ ਦੀ ਹਮਾਇਤ ਕਰਦੇ ਹੋ ਨਹੀਂ, ਤਾਂ ਉਹਨਾਂ ਨੇ ਆਖਿਆ ਸੀਗਾ ਵੀ ਜੇ ਸਰਕਾਰ ਸਾਨੂੰ ਦੇ ਦਿੰਦੀ ਹੈਗੀ ਆ ਤਾਂ ਅਸੀਂ ਖੁਸ਼ੀ-ਖੁਸ਼ੀ ਪ੍ਰਵਾਨ ਕਰਾਂਗੇ। ਸੋ ਅਸੀਂ ਉਸ ਦਾ ਵਿਰੋਧ ਨਹੀਂ ਕਰਾਂਗੇ, ਕਿਉਂਕਿ ਹਰ ਸਿੱਖ ਉਹ ਕਹਿੰਦੇ ਵੀ ਖਾਲਿਸਤਾਨ ਭਾਲਦਾ ਹੈ ਜਾਂ ਖਾਲਿਸਤਾਨ ਦੀ ਇੱਛਾ ਰੱਖਦਾ ਹੈ। ਸੋ ਉਸ ਸੰਦਰਭ ਵਿੱਚ ਹੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਹੈ ਵੀ ਅਸੀਂ ਇੱਕ ਤਰ੍ਹਾਂ ਨਾਲ ਡੈਮੋਕ੍ਰੈਟਿਕ ਸੈਟਅਪ ਵਿੱਚ ਰਹਿ ਰਹੇ ਹਾਂ। ਸੋ ਅਸੀਂ ਖਾਲਿਸਤਾਨ ਦੀ ਮੰਗ ਨਹੀਂ ਕਰਦੇ, ਅਸੀਂ ਪੂਰੇ ਭਾਰਤ ਦੇ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ ਕਰਦੇ ਹੈਗੇ ਹਾਂ। ਸੋ ਜੋ ਉਹਨਾਂ ਨੇ ਕਿਹਾ ਵੀ ਧਰਮ ਯੁੱਧ ਮੋਰਚੇ ਨੇ ਜਿਹੜੀਆਂ ਮੰਗਾਂ ਸਾਹਮਣੇ ਲਿਆਂਦੀਆਂ ਸੀ, ਅਸੀਂ ਉਹਨਾਂ ਤੇ ਅੱਜ ਵੀ ਕਾਇਮ ਹੈਗੇ ਹਾਂ। ਸੋ ਉਸ ਸੰਦਰਭ ਵਿੱਚ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਰਾਜਾਂ ਨੂੰ ਵੱਧ ਅਧਿਕਾਰ ਦੇਣ ਬਾਰੇ ਜਿਹੜੀਆਂ ਹੈਗੀਆਂ, ਅਸੀਂ ਉੱਥੇ ਖੜੇ ਹੈਗੇ ਹਾਂ। ਤੇ ਦੂਜਾ ਉਹਨਾਂ ਨੇ ਅਕਾਲੀ ਦਲ ਤੇ ਜਿਹੜਾ ਨਿਸ਼ਾਨਾ ਸਾਧਿਆ ਹੈਗਾ ਵੀ 2022 ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਅਕਾਲੀ ਦਲ ਨੂੰ 15 ਸੀਟਾਂ ਤੋਂ ਵੱਧ ਨਹੀਂ ਮਿਲ ਸਕਣਗੀਆਂ, 15 ਤੋਂ ਵੀ ਘੱਟ ਮਿਲਣਗੀਆਂ। ਸੋ ਇਹਦਾ ਮਤਲਬ ਉਹ ਇੱਕ ਤਰ੍ਹਾਂ ਨਾਲ ਸਰਗਰਮੀ ਕਰਨੀ ਚਾਹੁੰਦੇ ਨੇ ਪੰਜਾਬ ਵਿੱਚ। ਜਿਹੜਾ ਉਹਨਾਂ ਨੇ ਅਕਾਲੀ ਦਲ ਟਕਸਾਲੀ ਨੂੰ ਮੁੜ ਸਰਜੀਤ ਕੀਤਾ ਹੈ, ਪੁਰਾਣੇ ਅਕਾਲੀਆਂ ਨੂੰ ਨਾਲ ਲਿਆ ਹੈ। ਸੋ ਅਸੀਂ ਸਮਝਦੇ ਹਾਂ ਇਹ ਚੰਗਾ ਸ਼ਗਨ ਹੈ ਪੰਜਾਬ ਦੀ ਰਾਜਨੀਤੀ ਵਿੱਚ। ਬੇਸ਼ੱਕ ਇਹ ਅਕਾਲੀ ਦਲ ਦਾ ਉਸ ਤਰ੍ਹਾਂ ਦਾ ਬਦਲ ਨਹੀਂ ਹੈ ਜਿਸ ਤਰ੍ਹਾਂ ਦਾ ਸਿੱਖ ਕੌਮ ਚਾਹੁੰਦੀ ਹੈ, ਪਰ ਇੱਕ ਤਰ੍ਹਾਂ ਨਾਲ ਫਿਰ ਵੀ ਹੈਗਾ ਵੀ ਕੁਛ ਨਾ ਕੁਛ ਭ੍ਰਿਸ਼ਟਾਚਾਰ ਨੂੰ, ਸਿਆਸੀ ਭ੍ਰਿਸ਼ਟਾਚਾਰ ਆ ਜਿਹੜਾ, ਜੇ ਉਹਨੂੰ ਖਤਮ ਕਰਨ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਇਮਾਨਦਾਰੀ ਨਾਲ ਕਦਮ ਵਧਾਉਂਦੇ ਨੇ ਤੇ ਇਮਾਨਦਾਰ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਨੇ। ਹਲੇ ਲਗਭਗ ਡੇਢ ਕੁ ਸਾਲ ਪਿਆ ਹੈਗਾ ਪੰਜਾਬ ਦੀਆਂ ਚੋਣਾਂ ਲਈ। ਸੋ ਜੇ ਹੁਣ ਤੋਂ ਇਮਾਨਦਾਰੀ ਨਾਲ ਸਰਗਰਮੀ ਕਰਨ, ਜਿਹੜੇ ਹਮਖਿਆਲ ਲੋਕ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣ। ਇਹ ਹੁੰਦਾ ਵੀ ਪਾਰਟੀਆਂ ਬਹੁਤ ਨੇ ਜਿਨ੍ਹਾਂ ਨੇ ਅਕਾਲੀ ਦਲ ਦਾ ਵਿਰੋਧ ਕਰਨਾ ਸੀ, ਉਹ ਕੱਕੜੀਆਂ ਖਰੇਲੇ ਹੋਈਆਂ ਪਈਆਂ ਨੇ, ਸਾਰਾ ਕੁਛ ਨਾ ਖੱਖੜੀਆਂ ਹੋਈਆਂ ਪਈਆਂ ਨੇ। ਸੋ ਸੁਖਦੇਵ ਸਿੰਘ ਢੀਂਡਸਾ ਦੀ ਸਭ ਤੋਂ ਵੱਡੀ ਇੱਕ ਮਜਬੂਰੀ ਵੀ ਹੈ ਜਾਂ ਲਿਆਕਤ ਵੀ ਹੈ। ਇੱਕ ਮਜਬੂਰੀ ਹੈ ਵੀ ਉਹਨਾਂ ਜਿਹੜੇ ਖਿੰਡੇ ਹੋਏ ਲੋਕਾਂ ਨੂੰ ਇਕੱਠੇ ਕਰਨਾ, ਤੇ ਜੇ ਉਹ ਕਰ ਜਾਂਦੇ ਨੇ ਤੇ ਅਸੀਂ ਸਮਝਾਂਗੇ ਉਹ ਪੰਜਾਬ ਦਾ ਬਹੁਤ ਵੱਡਾ ਭਲਾ ਕਰ ਰਹੇ ਹੋਣਗੇ।
ਉਹ ਪੰਜਾਬ ਦੇ ਉਹਨਾਂ ਖਿੰਡੇ ਹੋਏ ਤੇ ਹਮ ਖਿਆਲ ਲੋਕਾਂ ਨੂੰ ਜੇ ਇੱਕ ਮੰਚ ਤੇ ਲਿਆ ਕੇ ਅਕਾਲੀ ਦਲ ਦੇ ਖਿਲਾਫ ਇੱਕ ਇਮਾਨਦਾਰ ਧਿਰ ਖੜੀ ਕਰਦੇ ਆ ਤਾਂ ਕੋਈ ਸ਼ੱਕ ਨਹੀਂ ਵੀ ਉਹ ਵੱਡਾ ਜਿਹੜਾ ਫਰਕ ਹੈ ਉਹ ਪਾ ਸਕਦੇ ਆ। ਜੀ ਜਿੱਤ ਬਿਲਕੁਲ ਹਾਰ ਦਾ ਜੀ। ਫੈਸਲਾ ਤਾਂ ਉਹਨਾਂ ਦਿਨਾਂ ਵਿੱਚ ਜਾ ਕੇ ਹੀ ਹੋਊਗਾ, ਪਰ ਅਸੀਂ ਸਮਝਦੇ ਆ ਵੀ ਵੱਡਾ ਫਰਕ ਪਾ ਸਕਦੇ ਆ ਜੇ ਇੱਕ ਇਮਾਨਦਾਰ ਧਿਰ, ਇੱਕ ਪਾਸੇ ਅਕਾਲੀ ਦਲ ਹੋਵੇ, ਇੱਕ ਪਾਸੇ ਕਾਂਗਰਸ, ਤੇ ਤੀਜੇ ਪਾਸੇ ਇੱਕੋ ਹੀ ਤੀਜੀ ਧਿਰ ਹੋਵੇ, ਹੋਰ ਕੋਈ ਵਿੱਚ ਖਿੰਡਵਾ ਪੁੰਡਵਾ ਨਾ ਹੋਵੇ। ਸੋ ਤੀਜੀ ਧਿਰ ਜੇ ਇੱਕ ਆਪਾਂ ਕਹਿ ਸਕਦੇ ਵੀ ਵੱਡੀ ਪੱਧਰ ਤੇ ਸਾਹਮਣੇ ਆਉਂਦੀ ਹੈ ਤਾਂ ਉਹ ਫਰਕ ਪਾ ਸਕਦੇ ਆ। ਜੀ ਬਿਲਕੁਲ ਜੀ। ਔਰ ਤੀਸਰੀ ਧਿਰ ਦਾ ਜਿਹੜਾ ਵੈਕਿਊਮ ਹੈ ਕਿਤੇ ਨਾ ਕਿਤੇ ਅਜੇ ਵੀ ਹੈ। ਆਮ ਆਦਮੀ ਪਾਰਟੀ ਉਸ ਨੂੰ ਭਰਨ ਦੇ ਵਿੱਚ ਪੰਜਾਬ ਦੇ ਵਿੱਚ ਇੰਨਾ ਕਾਮਯਾਬ ਨਹੀਂ ਹੋਈ। ਉਸ ਤੋਂ ਬਾਅਦ ਜੋ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਹਾਲਾਤ ਨੇ ਉਹ ਵੀ ਸਾਰਿਆਂ ਦੇ ਸਾਹਮਣੇ ਹੀ ਹਨ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਦਿੱਲੀ ਦੀ। ਦਿੱਲੀ ਹਿੰਸਾ ਦੇ ਵਿੱਚ ਮੁਸਲਿਮ ਗਰਭਵਤੀ ਔਰਤ ਜੋ ਕਿ ਅਰੈਸਟ ਕੀਤੀ ਗਈ ਸੀ, ਉਸ ਨੂੰ ਜਿਹੜਾ ਹੈ ਜ਼ਮਾਨਤ ਦੇ ਦਿੱਤੀ ਗਈ ਹੈ। ਔਰ ਇਸ ਦੇ ਨਾਲ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਡੀਐਸਪੀ ਦਵਿੰਦਰ ਸਿੰਘ, ਜਿਨ੍ਹਾਂ ਦੀ ਕਿ ਪਿਛਲੇ ਦਿਨੀ ਜਿਹੜਾ ਹੈ ਜੰਮੂ ਕਸ਼ਮੀਰ ਤੋਂ ਜਿਹੜਾ ਹੈ ਉਹਨਾਂ ਨੂੰ ਇੱਕ ਟੈਰਰਿਸਟ ਦੇ ਨਾਲ ਜਿਹੜਾ ਕਿਹਾ ਜਾਂਦਾ ਹੈ ਕਿ ਅਰੈਸਟ ਕੀਤਾ ਗਿਆ ਸੀ, ਉਹਨਾਂ ਦੀ ਵੀ ਜ਼ਮਾਨਤ ਜਿਹੜੀ ਹੋ ਗਈ ਹੈ। ਔਰ ਇਸ ਦੇ ਨਾਲ ਇੱਕ ਹੋਰ ਜ਼ਮਾਨਤੀ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਕਿ ਜਗਤਾਰ ਸਿੰਘ ਜੱਗੀ ਜੌਲ, ਇਹਨਾਂ ਦੀ ਜ਼ਮਾਨਤ ਜਿਹੜੀ ਹੈ ਦੁਬਾਰਾ ਰੱਦ ਕਰ ਦਿੱਤੀ ਗਈ ਹੈ। ਔਰ ਇਸ ਦੇ ਉੱਤੇ ਇਹਨਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਹੋਣਾ ਵੱਲੋਂ ਵੀ ਇੱਕ ਵੱਡਾ ਇਤਰਾਜ਼ ਜਿਹੜਾ ਹੈ ਜਤਾਇਆ ਗਿਆ ਹੈ। ਅਵਤਾਰ ਸਿੰਘ ਜੀ, ਕੀ ਕਹੋਗੇ ਤੁਸੀਂ ਇਹਨਾਂ ਤਿੰਨੇ ਹੀ ਵੱਖ-ਵੱਖ ਕੇਸਾਂ ਦੇ ਬਾਰੇ? ਹਾਂਜੀ, ਬੀਬੀ ਸਫੂਰਾ ਜਰਗਰ ਜਿਹਨੂੰ ਅਪ੍ਰੈਲ ਵਿੱਚ ਫੜਿਆ ਗਿਆ ਸੀਗਾ, ਉਹ ਜਸਟ ਉਹਨੇ ਕੋਈ ਹਿੰਸਾ ਨਹੀਂ ਫੈਲਾਈ। ਉਹ ਜਿਹੜੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਆ ਉਹਦੀ ਵਿਦਿਆਰਥਣ ਸੀ, ਉੱਥੇ ਪੜ੍ਹਾਈ ਕਰ ਰਹੀ ਹੈ। ਤੇ ਉੱਥੇ ਜਿਹੜਾ ਸਿਟੀਜ਼ਨ ਅਮੈਂਡਮੈਂਟ ਐਕਟ ਉਹਨਾਂ ਨੇ ਕਾਨੂੰਨ ਬਣਾਇਆ ਸੀ, ਜਿਹਦੇ ਵਿੱਚੋਂ ਵਿਦੇਸ਼ਾਂ ਚੋਂ ਆਉਣ ਵਾਲੇ ਮੁਸਲਮਾਨਾਂ ਨੂੰ ਸਿਟੀਜ਼ਨਸ਼ਿਪ ਤੋਂ ਇੱਕ ਤਰ੍ਹਾਂ ਨਾਲ ਵਿਰਵਾ ਕਰ ਦਿੱਤਾ ਗਿਆ ਸੀ। ਤੇ ਬਹੁਤ ਸਾਰੇ ਲੋਕ ਜਿਹੜੇ ਇੱਥੇ ਜੰਮੇ ਪਲੇ ਆ ਪਰ ਜਿਨ੍ਹਾਂ ਕੋਲ ਕੋਈ ਡਾਕੂਮੈਂਟ ਨਹੀਂ ਹੈਗਾ, ਆਪਣੀ ਜਨਮ ਤਰੀਕ ਦਾ ਜਾਂ ਜਨਮ ਸਰਟੀਫਿਕੇਟ ਨਹੀਂ ਹੈਗਾ, ਉਹਨਾਂ ਦੇ ਉੱਤੇ ਵੀ ਗ੍ਰਿਫਤਾਰੀਆਂ ਦੀ ਜਿਹੜੀ ਇੱਕ ਤਰ੍ਹਾਂ ਨਾਲ ਤਲਵਾਰ ਲਟਕ ਰਹੀ ਸੀ। ਸੋ ਉਸ ਕਾਨੂੰਨ ਦੇ ਖਿਲਾਫ ਇੱਕ ਜਮਹੂਰੀ ਢੰਗ ਨਾਲ ਉਹ ਬੀਬੀ ਆਪਣੇ ਹੋਰ ਵਿਦਿਆਰਥੀ ਸਾਥੀਆਂ ਨਾਲ ਪ੍ਰੋਟੈਸਟ ਕਰ ਰਹੀ ਸੀ। ਉਹਨੂੰ ਕਿੜਾ ਕੱਢਣ ਲਈ ਤੇ ਸਬਕ ਸਿਖਾਉਣ ਲਈ ਜਿਹੜਾ ਪਿਛਲੇ ਦਿਨੀ ਦਿੱਲੀ ਕਤਲੇਆਮ ਦੇ ਮਾਮਲੇ ਵਿੱਚ ਫਸਾ ਕੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਵਿਧਾਨ ਤੇ ਵੀ ਕਿਉਂਕਿ ਹਾਲਾਂਕਿ ਉਹ ਕਾਫੀ ਹੈਵੀਲੀ ਪ੍ਰੈਗਨੈਂਟ ਸੀਗੀ, ਗਰਭਵਤੀ ਆ, ਤੇ 2 ਵਾਰ ਉਹਦੀ ਜ਼ਮਾਨਤ ਦੀ ਅਰਜ਼ੀ ਆ ਜਿਹੜੀ ਲੋਅਰ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਸੀ। ਹੁਣ ਜਦੋਂ ਪਿਛਲੇ ਦਿਨੀ ਉਹਨਾਂ ਨੇ ਦਿੱਲੀ ਹਾਈ ਕੋਰਟ ਵਿੱਚ ਆਪਣੀ ਜ਼ਮਾਨਤ ਦੀ ਅਰਜ਼ੀ ਲਾਈ ਤੇ ਉਹਦੇ ਵਕੀਲ ਨੇ ਆਖਿਆ ਕਿ ਉਹ ਬੀਬੀ ਜੀ ਜਿਹੜੇ ਨੇ ਉਹ ਗਰਭਵਤੀ ਨੇ, ਤਾਂ ਦਿੱਲੀ ਪੁਲਿਸ ਨੇ ਬਹੁਤ ਹੀ ਘਟੀਆ ਢੰਗ ਨਾਲ ਇਹ ਆਖਿਆ ਵੀ ਜੇ ਗਰਭਵਤੀ ਆ ਇਹਦਾ ਮਤਲਬ ਉਹਦੇ ਅਪਰਾਧ ਦੀ ਜਿਹੜੀ ਉਹ ਹੈਗਾ ਉਹ ਘਟ ਨਹੀਂ ਜਾਂਦਾ। ਉਹਨੇ ਜਿੰਨਾ ਵੱਡਾ ਅਪਰਾਧ ਕਰਿਆ ਉਹ ਗਰਭਵਤੀ ਹੋਣ ਕਾਰਨ ਉਹ ਆਪਣੇ ਅਪਰਾਧ ਤੋਂ ਬਚ ਨਹੀਂ ਸਕਦੀ। ਉਹਨੇ ਅਦਾਲਤ ਵਿੱਚ ਇਹ ਪਲੀ ਲਈ ਸੀ। ਉਹਨਾਂ ਨੇ ਇਹ ਵੀ ਆਖਿਆ ਸੀਗਾ ਵੀ ਤਿਹਾੜ ਜੇਲ੍ਹ ਵਿੱਚ ਸਾਡੇ ਕੋਲ ਬਹੁਤ ਸਹੂਲਤਾਂ ਨੇ, ਗਰਭਵਤੀ ਔਰਤਾਂ ਨੂੰ ਅਸੀਂ ਉੱਥੇ ਬੱਚਾ ਪੈਦਾ ਕਰਨ ਦੀ ਸਹੂਲਤ ਦੇ ਸਕਦੇ ਹੈਗੇ ਆ। ਸੋ ਉਹਦੀ ਜ਼ਮਾਨਤ ਨਾ ਮਨਜ਼ੂਰ ਕੀਤੀ ਜਾਵੇ। ਜੇ ਕੋਈ ਉਹਨੂੰ ਮੈਡੀਕਲ ਪ੍ਰੋਬਲਮ ਆਉਂਦੀ ਆ ਤਾਂ ਤਿਹਾੜ ਜੇਲ੍ਹ ਵਿੱਚ ਇਸ ਤਰ੍ਹਾਂ ਦੀਆਂ ਸਹੂਲਤਾਂ ਮੌਜੂਦ ਨੇ ਕਿ ਕੋਈ ਵੀ ਬੀਬੀ ਹੈ ਜਿਹੜੀ ਉਹ ਆਪਣਾ ਬੱਚਾ ਉੱਥੇ ਪੈਦਾ ਕਰ ਸਕਦੀ ਹੈ। ਉੱਥੇ ਦੱਸਿਆ ਗਿਆ ਵੀ ਹੁਣ ਤੱਕ ਲਗਭਗ 70 ਦੇ ਕਰੀਬ ਔਰਤਾਂ ਦੇ ਬੱਚਿਆਂ ਦੀ ਉੱਥੇ ਪੈਦਾਸ਼ ਹੋ ਚੁੱਕੀ ਆ। ਸੋ ਇਸ ਬਣਾ ਤੇ ਕਹਿੰਦੇ ਵੀ ਉਹਨੂੰ ਜ਼ਮਾਨਤ ਨਾ ਦਿੱਤੀ ਜਾਵੇ ਵੀ ਉਹ ਗਰਭਵਤੀ ਹੈ, ਔਰ ਖਾਸ ਕਰਕੇ ਇਹ ਪਲੀ ਲਈ ਵੀ ਗਰਭਵਤੀ ਹੋਣ ਕਾਰਨ ਉਹਦਾ ਜਿਹੜਾ ਅਪਰਾਧ ਹੈ ਉਹ ਘਟ ਨਹੀਂ ਜਾਂਦਾ। ਸੋ ਪਰ ਦਿੱਲੀ ਹਾਈ ਕੋਰਟ ਨੇ ਸਫਾਈ ਪੱਖ ਦੀਆਂ ਦਲੀਲਾਂ ਸੁਣਦੇ ਹੋਏ ਉਸ ਬੀਬੀ ਨੂੰ ਜਿਹੜੀ ਜ਼ਮਾਨਤ ਦੇ ਦਿੱਤੀ ਹੈ, ਸ਼ਰਤਾਂ ਨਾਲ ਦਿੱਤੀ ਆ ਵੀ ਦਿੱਲੀ ਤੋਂ ਬਾਹਰ ਨਹੀਂ ਜਾਣਗੇ ਉਹ ਜਾਂ ਕਿਸੇ ਸਰਗਰਮੀ 'ਚ ਹਿੱਸਾ ਨਹੀਂ ਲੈਣਗੇ। ਸੋ ਦੂਜੀ ਜ਼ਮਾਨਤ ਆਈ ਹੈ ਡੀਐਸਪੀ ਦਵਿੰਦਰ ਸਿੰਘ ਉਹਨਾਂ ਦੀ, ਜਿਨ੍ਹਾਂ ਨੂੰ ਜੰਮੂ ਕਸ਼ਮੀਰ ਤੋਂ ਫੜਿਆ ਗਿਆ ਸੀ। ਉਸ ਵੇਲੇ ਰੌਲਾ ਪਾਇਆ ਗਿਆ ਸੀਗਾ ਵੀ ਉਹ ਅੱਤਵਾਦੀਆਂ ਨੂੰ ਲੈ ਕੇ ਦਿੱਲੀ ਵਿੱਚ ਆ ਰਿਹਾ ਸੀ। ਤੇ ਆਪਾਂ ਪਿਛਲੇ ਪ੍ਰੋਗਰਾਮਾਂ ਵਿੱਚ ਵੀ ਗੱਲ ਕੀਤਾ ਵੀ ਜਿਹੜੀ ਇਹ ਸੋ ਕਾਲਡ ਫਾਈਟ ਅਗੇਂਸਟ ਟੈਰਰਿਜ਼ਮ ਆ, ਇਹਦੇ ਵਿੱਚ ਬਹੁਤ ਸਾਰੀਆਂ ਅੰਡਰਗਰਾਊਂਡ ਸਰਗਰਮੀਆਂ ਚੱਲਦੀਆਂ। ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਅੱਤਵਾਦੀਆਂ ਦੇ ਜਾਂ ਖਾੜਕੂਆਂ ਦੀਆਂ ਸਫਾਂ ਵਿੱਚ ਜਾਣਾ ਪੈਂਦਾ, ਉਹਨਾਂ ਨਾਲ ਸੰਪਰਕ ਬਣਾਉਣਾ ਪੈਂਦਾ, ਇੱਥੋਂ ਤੱਕ ਕਿ ਬਹੁਤ ਵਾਰੀ ਉਹਨਾਂ ਦੇ ਨਾਲ ਉਹਨਾਂ ਦਾ ਵਿਸ਼ਵਾਸ ਜਿੱਤਣ ਲਈ ਨਾਲ ਰਲ ਕੇ ਕਾਰਵਾਈਆਂ ਵੀ ਕਰਨੀਆਂ ਪੈਂਦੀਆਂ ਨੇ। ਸੋ ਉਹਦੇ ਵਿੱਚ ਆਪਾਂ ਦੇਖਿਆ ਹੈਗਾ ਵੀ 1988 ਵਿੱਚ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਬਲੈਕ ਥੰਡਰ ਹੋਇਆ ਤਾਂ ਉੱਥੇ ਜਿਹੜੇ ਇਸ ਵੇਲੇ ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ ਆ ਮਿਸਟਰ ਅਜੀਤ ਡੋਵਲ, ਉਹ ਭੇਸ ਬਦਲ ਕੇ ਪਾਕਿਸਤਾਨੀ ਮਿਲਟਰੀ ਦੇ ਅਫਸਰ ਬਣ ਕੇ ਉੱਥੇ ਸਿੱਖ ਖਾੜਕੂਆਂ ਦੀਆਂ ਸਫਾਂ ਵਿੱਚ ਰਹਿੰਦੇ ਰਹੇ ਆ ਬਹੁਤ ਦੇਰ, ਘੱਟੋ ਘੱਟ 5-6 ਮਹੀਨੇ ਉਹ ਸਿੱਖ ਖਾੜਕੂਆਂ ਦੇ ਨਾਲ ਰਹਿੰਦੇ ਰਹੇ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਰਹੇ ਕਿ ਵੀ ਮੈਂ ਪਾਕਿਸਤਾਨ ਤੋਂ ਮਿਲਟਰੀ ਦਾ ਬੰਦਾ ਹੈਗਾ, ਮੈਂ ਇੱਥੇ ਤੁਹਾਨੂੰ ਹਥਿਆਰ ਸਪਲਾਈ ਕਰਨ ਆਇਆ ਤੇ ਹੋਰ ਤੁਹਾਡੀ ਜਿਹੜੀ ਸਹਾਇਤਾ ਕਰਨ ਲਈ ਮੈਨੂੰ ਪਾਕਿਸਤਾਨ ਤੋਂ ਭੇਜਿਆ ਗਿਆ, ਪਰ ਉਹ ਹੈ ਇੰਡੀਅਨ ਇੰਟੈਲੀਜੈਂਸ ਦੇ ਸੀ। ਸੋ ਇਸ ਤਰ੍ਹਾਂ ਬਹੁਤ ਕੁਛ ਆ ਜਿਹੜਾ ਬਿਹਾਈਂਡ ਦੀ ਸੀਨ ਚੱਲਦਾ ਹੈਗਾ। ਸੋ ਹੋ ਸਕਦਾ ਡੀਐਸਪੀ ਦਵਿੰਦਰ ਸਿੰਘ ਵੀ
ਇਸ ਤਰ੍ਹਾਂ ਦੀ ਕਿਸੇ ਕਾਰਵਾਈ ਵਿੱਚ ਖਾੜਕੂਆਂ ਨੂੰ ਕੋਈ ਵੱਡੀ ਲੀਡਰਸ਼ਿਪ ਨੂੰ ਫੜਨ ਲਈ ਉਹਨਾਂ ਦੀਆਂ ਸਫਾਂ ਵਿੱਚ ਸ਼ਾਮਲ ਹੋਇਆ ਹੋਵੇ ਜਾਂ ਉਹਨਾਂ ਦੀਆਂ ਸਫਾਂ ਨਾਲ ਉਹਨੇ ਸੰਪਰਕ ਬਣਾਇਆ ਹੋਵੇ। ਸੋ ਵਿਸ਼ਵਾਸ ਜਿੱਤਣ ਲਈ ਹੋ ਸਕਦਾ ਉਹ ਕਿਸੇ ਨੂੰ ਲੈ ਕੇ ਦਿੱਲੀ ਵੀ ਗਿਆ ਹੋਵੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਬਿਹਾਈਂਡ ਦੀ ਸੀਨ ਸਰਗਰਮੀਆਂ ਹੁੰਦੀਆਂ ਉਹ ਚੱਲਦੀਆਂ ਰਹਿੰਦੀਆਂ, ਔਰ ਪੁਲਿਸ ਦੀ ਉੱਚ ਅਫਸਰਸ਼ਾਹੀ ਨੂੰ ਵੀ ਇਹ ਗੱਲਾਂ ਪਤਾ ਹੁੰਦੀਆਂ ਨੇ। ਪਰ ਉਹਨੂੰ ਕਾਹਤੋਂ ਫੜ ਲਿਆ ਗਿਆ? ਉਹ ਤੋਂ ਕੋਈ ਹੋਰ ਕੰਮ ਲੈਣਾ ਸੀ, ਜਾਂ ਉਹਨੂੰ ਬਲੀ ਦਾ ਬੱਕਰਾ ਬਣਾਇਆ ਜਾਣਾ ਸੀ, ਜਾਂ ਉਹਦਾ ਆਪਣਾ ਸਟੇਟਸ ਇੰਨਾ ਵੱਡਾ ਹੋ ਗਿਆ ਸੀ ਕਿ ਉਹ ਜਿਹੜੀ ਖਾੜਕੂਵਾਦ ਵਿਰੁੱਧ ਲੜਾਈ ਲੜ ਰਿਹਾ, ਉਹ ਬਹੁਤ ਸਾਰੇ ਅਫਸਰਾਂ ਨੂੰ ਰੜਕ ਰਿਹਾ ਸੀ। ਇਹ ਬਿਹਾਈਂਡ ਦੀ ਸੀਨ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਬਾਰੇ ਉਹ ਸਿਰਫ ਉਹ ਜਾਣਦਾ ਜਾਂ ਉਹਨਾਂ ਦੀ ਜਿਹੜੀ ਇੰਟਰੋਗੇਸ਼ਨ ਕਰਨ ਵਾਲੇ ਅਫਸਰ ਆ ਉਹ ਜਾਣਦੇ ਆ। ਆਪਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ, ਆਪਾਂ ਸਿਰਫ ਕਿਆਸ ਰਾਇਆਂ ਲਾ ਸਕਦੇ ਹਾਂ। ਸੋ ਹੁਣ ਇਹ ਆਇਆ ਹੈਗਾ ਵੀ ਉਹਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ, NIA ਨੇ ਉਹਦੇ ਖਿਲਾਫ ਚਾਰਜ ਸ਼ੀਟ ਪੇਸ਼ ਨਹੀਂ ਕੀਤੀ। ਸੋ 6 ਮਹੀਨੇ ਜਦੋਂ ਲੰਘ ਜਾਵੇ ਤਾਂ ਜਿਹੜੀ ਉਹ ਜ਼ਮਾਨਤ ਲਈ ਅਪਲਾਈ ਕਰ ਸਕਦਾ ਹੈ। ਤੀਜੀ ਜ਼ਮਾਨਤ ਹੈਗੀ ਆ ਆਪਣੇ ਜਗਤਾਰ ਸਿੰਘ ਜੱਗੀ ਜੌਲ ਦੀ। ਉਹਨੇ ਲੁਧਿਆਣੇ ਵਾਲੇ ਅਮਨ ਅਰੋੜਾ ਕੇਸ ਵਿੱਚ ਜ਼ਮਾਨਤ ਦੀ ਅਰਜ਼ੀ ਲਾਈ ਸੀ, ਪਰ ਉਹ ਨਾ ਮਨਜ਼ੂਰ ਕਰ ਦਿੱਤੀ ਗਈ। ਉਹ ਆਪਾਂ ਨੂੰ ਪਤਾ ਹੀ ਸੀ ਵੀ ਸਿੱਖਾਂ ਦੀ ਜ਼ਮਾਨਤ ਹੈ ਜਿਹੜੀ ਬਹੁਤ ਘੱਟ ਵੱਧ ਹੀ ਹੁੰਦੀ ਹੈ। ਸਿੱਖਾਂ ਨੂੰ ਤਾਂ ਸਜ਼ਾਵਾਂ ਪੂਰੀਆਂ ਕਰ ਲੈਣ ਤੋਂ ਬਾਅਦ ਵੀ ਜੇਲ੍ਹਾਂ ਤੋਂ ਨਹੀਂ ਛੱਡਿਆ ਜਾਂਦਾ। ਉਹਨਾਂ ਨੂੰ ਕੇਸ ਚੱਲਣ ਤੋਂ ਪਹਿਲਾਂ ਜ਼ਮਾਨਤ ਦੇਣੀ, ਸਾਨੂੰ ਨਹੀਂ ਲੱਗਦਾ ਵੀ ਉਹਨੂੰ ਜ਼ਮਾਨਤ ਮਿਲੇਗੀ। ਉਹ ਚਲੋ ਕਾਨੂੰਨੀ ਕਾਰਵਾਈਆਂ ਕਰਦੇ ਨੇ, ਵਕੀਲ ਵੀ ਕਰਦੇ ਨੇ, ਉਹਨਾਂ ਨੂੰ ਕਰਦੇ ਰਹਿਣਾ ਚਾਹੀਦਾ, ਪਰ ਅਸੀਂ ਲਿਖ ਕੇ ਦੇਣ ਨੂੰ ਤਿਆਰ ਹਾਂ ਵੀ ਕਿਸੇ ਨੂੰ ਵੀ ਜ਼ਮਾਨਤ ਨਹੀਂ ਮਿਲੇਗੀ।